ਧੰਨ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਨੌਵਾਂ। ਤੇਹ ਜੋਗੀ ਕੋ ਜੁਗਤ ਨਾ ਜਾਨੋ, ਲੋਭ ਮੋਹ ਮਾਇਆ ਮਮਤਾ ਫੁਨ। ਜਿਹ ਘਟ ਮਾਹੇ ਪਛਾਨੋ, ਤੇਹ ਜੋਗੀ ਕੋ ਜੁਗਤ ਨਾ ਜਾਨੋ। ਲੋਭ ਮੋਹ ਮਾਇਆ ਮਮਤਾ ਫੁਨ। ਜਿਹ ਘਟ ਮਾਹੇ ਪਛਾਨੋ। ਪਰ ਨਿੰਦਾ ਉਸਤਤ ਨ ਜਾਕੈ, ਕੰਚਨ ਲੋ ਸਮਾਨੋ। ਹਰਖ ਸੋਗ ਤੇ ਰਹੈ ਅਤੀਤਾ, ਜੋਗੀ ਤਾਹਿ ਬਖਾਨੋ। ਚੰਚਲ ਮਨ ਦਹ ਦਿਸ਼ ਕੋ ਧਾਵਤ, ਅਚਾਲ ਜਾਹਿ ਠਹਿਰਾਨੋ। ਕਹੋ ਨਾਨਕ ਇਹ ਬਿਦ ਕੋ ਜੋ ਨਰ, ਮੁਕਤ ਤਾਹਿ ਤੁਮ ਮਾਨੋ। ਚੰਚਲ ਮਨ ਦਹ ਦਿਸ਼ ਕਉ ਧਾਵਤ, ਅਚਾਲ ਜਾਹਿ ਠਹਿਰਾਨੋ। ਕਹੋ ਨਾਨਕ ਇਹ ਬਿਦ ਕੋ ਜੋ ਨਰ, ਮੁਕਤ ਤਾਹਿ ਤੁਮ ਮਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸੱਜ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰੂ ਮਹਾਰਾਜ ਦੀ ਮੁਬਾਰਕ ਬਾਣੀ ਨਾਲ ਸਾਂਝ ਬਣਾਉਣ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੌਵੇਂ ਗੁਰੂ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜੋ ਕਿ ਰਾਗ ਧਨਾਸਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 685 ਉੱਪਰ ਇਹ ਮੁਬਾਰਕ ਸ਼ਬਦ ਦਰਜ ਹੈ। ਆਪ ਜੀ ਨੇ ਪਾਠ ਦੇ ਰੂਪ ਵਿੱਚ ਸੁਣਿਆ ਹੈ। ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਸ ਮੁਬਾਰਕ ਸ਼ਬਦ ਵਿੱਚ ਇੱਕ ਐਸੇ ਜੀਵਨ ਦੀ ਅਤੇ ਇੱਕ ਐਸੇ ਜੀਵਨ ਦੇ ਮਿਆਰ ਦੀ ਗੱਲ ਕੀਤੀ ਹੈ ਜਿਹੜਾ ਕੇਵਲ ਤੇ ਕੇਵਲ ਪਹਿਰਾਵੇ ਉੱਤੇ ਜਾਂ ਵਿਖਾਵੇ ਉੱਤੇ ਨਹੀਂ ਖੜਾ। ਭਾਰਤ ਭੂਮੀ ਦੇ ਉੱਤੇ ਧਾਰਮਿਕ ਤੌਰ ਦੇ ਉੱਤੇ ਬਹੁਤ ਜ਼ਿਆਦਾ ਅਸਰ ਰਸੂਖ ਰੱਖਣ ਵਾਲੀ ਸੰਪਰਦਾਇ ਹੈ ਯੋਗ ਸੰਪਰਦਾਇ। ਯੋਗ ਮਤ ਦਾ ਆਪਣਾ ਬਹੁਤ ਲੰਬਾ ਚੌੜਾ ਸਿਲਸਿਲਾ ਹੈ। ਪੰਜਾਬ ਦੇ ਵਿੱਚ ਵੀ ਯੋਗੀਆਂ ਦਾ ਬਹੁਤ ਵੱਡਾ ਬੋਲਬਾਲਾ ਰਿਹਾ ਹੈ, ਬਲਕਿ ਕੁੱਲ ਭਾਰਤ ਵਿੱਚ ਹੀ ਰਿਹਾ ਹੈ। ਯੋਗ ਦੀ ਥਿਊਰੀ ਦੇ ਮੁਤਾਬਕ, ਯੋਗ ਦੇ ਵਿਚਾਰ ਸਿਧਾਂਤ ਦੇ ਮੁਤਾਬਕ ਘਰ-ਬਾਰ ਨੂੰ ਛੱਡ ਕੇ ਇੱਕ ਖਾਸ ਗੁਰੂ ਧਾਰਨ ਕਰਕੇ ਉਸ ਕੋਲੋਂ ਯੋਗ ਦੀ ਦੀਖਿਆ ਲਈ ਜਾਂਦੀ ਹੈ। ਸਿੱਖਿਆ ਜਾਂਦਾ ਹੈ ਕਿ ਯੋਗ ਕਿਸ ਨੂੰ ਕਿਹਾ ਜਾਂਦਾ ਹੈ, ਤੇ ਉਸ ਨੂੰ ਸਿੱਖਣ ਤੋਂ ਬਾਅਦ ਕੁਝ ਭੇਖ ਹੈ, ਖਾਸ ਕਿਸਮ ਦਾ ਲਿਬਾਸ ਹੈ ਜਿਹੜਾ ਆਪਣੇ ਤਨ ਉੱਤੇ ਧਾਰਨ ਕਰਕੇ ਫਿਰ ਸਾਰੀ ਉਮਰ ਉਸ ਯੋਗ ਦੀ ਕਮਾਈ ਕਰਨੀ ਪੈਂਦੀ ਹੈ। ਉਹਨਾਂ ਨੇ ਇੱਕ ਆਪਣੀ ਮੰਜ਼ਿਲ ਮਿਥੀ ਹੋਈ ਹੈ ਕਿ ਯੋਗ ਦੀ ਇਹ ਕਮਾਈ ਕਰਦਿਆਂ ਮਨੁੱਖ ਦਾ ਵਾਸ ਕਿਹੜੀ ਅਵਸਥਾ ਵਿੱਚ ਹੋਏਗਾ, ਭਾਵ ਮਨੁੱਖ ਨੇ ਕਿੱਥੇ ਪਹੁੰਚਣਾ ਹੈ, ਕੀ ਏਮ ਹੈ। ਪਰ ਇਹ ਸਾਰੇ ਦਾ ਸਾਰਾ ਸਿਲਸਿਲਾ ਜਿਹੜਾ ਉਹ ਤਿਆਗ ਦੇ ਉੱਤੇ ਖੜਾ ਹੈ। ਘਰ ਪਰਿਵਾਰ, ਸਮਾਜ,
ਸਰੀਰ ਦੀਆਂ ਬਹੁਤੀਆਂ ਐਸੀਆਂ ਲੋੜਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਦੇ ਵਿੱਚ ਵੀ ਜਦੋਂ ਇਹ ਵਾਕ ਆਉਂਦਾ ਹੈ ਵੀ ਜੋਗੀ ਜੁਗਤ ਨਾ ਜਾਣੈ ਅੰਧ, ਸਤਿਗੁਰੂ ਗੁਰੂ ਨਾਨਕ ਮਹਾਰਾਜ ਦਾ ਉਚਾਰਨ ਕੀਤਾ ਹੋਇਆ, ਤਾਂ ਸਾਡੇ ਜ਼ਿਹਨ ਦੇ ਵਿੱਚ ਇਹ ਖਿਆਲ ਆਉਂਦਾ ਹੈ ਕਿ ਇੰਨਾ ਭਾਰੀ ਤਿਆਗ ਕਰਨ ਵਾਲੇ ਲੋਕ, ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਇੱਕ ਰਾਹ ਦੇ ਉੱਤੇ ਤੁਰਦਿਆਂ ਹੋਇਆਂ ਲੇਖੇ ਵਿੱਚ ਲਾਉਣ ਦਾ ਤਹੱਈਆ ਕਰ ਲਿਆ ਹੋਵੇ, ਸਹਿਬ ਸਤਿਗੁਰੂ ਮਹਾਰਾਜ ਆਪਣੀ ਮੁਬਾਰਕ ਬਾਣੀ ਵਿੱਚ ਐਸਾ ਸ਼ਬਦ ਕਿਉਂ ਪ੍ਰਯੋਗ ਵਿੱਚ ਲਿਆਉਂਦੇ ਹਨ, ਵਰਤੋਂ ਵਿੱਚ ਲਿਆਉਂਦੇ ਹਨ, ਜਿੱਥੇ ਸਤਿਗੁਰੂ ਜੀ ਨੇ ਫਰਮਾਇਆ ਹੈ ਜੋਗੀ ਜੁਗਤ ਨਾ ਜਾਣੈ ਅੰਧ। ਤਾਂ ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਨੂੰ ਪੜ੍ਹਦੇ ਹਾਂ ਤਾਂ ਸਤਿਗੁਰੂ ਨੇ ਇਸ ਦੇ ਕੁਝ ਕਾਰਨ ਬਿਆਨ ਕੀਤੇ ਹਨ। ਸਤਿਗੁਰੂ ਜੀ ਦਾ ਕਹਿਣਾ ਹੈ, ਹਜ਼ੂਰ ਨੇ ਫਰਮਾਇਆ ਹੈ ਕਿ ਜੀਵਨ ਨੂੰ ਸਵਾਰਨ ਦੀ ਇੱਕੋ ਹੀ ਜੁਗਤ ਹੈ। ਉਹ ਜੁਗਤਾਂ ਵੱਖ-ਵੱਖ ਨਹੀਂ ਹਨ, ਉਹਨਾਂ ਦੀ ਕਮਾਈ ਦਾ ਤਰੀਕਾ ਵੱਖਰਾ ਵੱਖਰਾ ਹੋ ਸਕਦਾ ਹੈ। ਜਿੰਨਾ ਚਿਰ ਮਨੁੱਖ ਆਪਣੇ ਮਨ ਦੇ ਉਤੋਂ, ਆਪਣੀ ਸੁਰਤ ਦੇ ਉਤੋਂ ਹਉਮੈ ਅਤੇ ਵਿਸ਼ੇ ਵਿਕਾਰਾਂ ਦੀ ਮੈਲ ਨੂੰ ਲਾਹ ਨਹੀਂ ਲੈਂਦਾ, ਉਹ ਸਹੀ ਅਰਥਾਂ ਦੇ ਵਿੱਚ ਰੱਬ ਵਾਲਾ ਨਹੀਂ ਹੋ ਸਕਦਾ। ਭਾਵੇਂ ਉਸ ਨੇ ਆਪਣੇ ਤਨ ਦੇ ਉੱਤੇ ਲਿਬਾਸ ਕਿਹੋ ਜਿਹਾ ਵੀ ਪਹਿਨਿਆ ਹੋਵੇ, ਭਾਵੇਂ ਉਹ ਬਾਹਰੀ ਤੌਰ ਦੇ ਉੱਤੇ ਕਿਹੋ ਜਿਹਾ ਵੀ ਆਪਣਾ ਆਪ ਨਾਮਣਾ ਖਵਾਉਂਦਾ ਹੋਵੇ, ਚਾਹੇ ਉਹ ਆਪਣੇ ਆਪ ਨੂੰ ਕਿਸੇ ਵੀ ਅਰਥ ਵਿੱਚ ਜਾਂ ਪ੍ਰਸੰਗ ਵਿੱਚ ਪੇਸ਼ ਕਰਦਾ ਹੋਵੇ, ਪਰ ਰੱਬੀ ਮਿਲਾਪ ਦਾ ਇੱਕੋ ਹੀ ਮਾਰਗ ਹੈ, ਆਪਣੀ ਸੁਰਤ ਨੂੰ, ਆਪਣੇ ਮਨ ਨੂੰ ਵਿਸ਼ਿਆਂ ਤੋਂ, ਹਉਮੈ ਤੋਂ ਮੁਕਤ ਰੱਖ ਕੇ ਸਾਫ਼ ਗੋਈ ਦੇ ਨਾਲ ਨਿਰਮਲ ਕਰਮ ਤੇ ਉਜਲਾ ਮੁਖ ਲੈ ਕੇ ਆਪਣਾ ਜੀਵਨ ਬਤੀਤ ਕਰਨਾ। ਸਹਿਬ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਕੁਝ ਇਸੇ ਹੀ ਨੁਕਤੇ ਬਾਰੇ ਸਾਨੂੰ ਦੱਸ ਪਾਉਂਦਾ ਹੈ। ਖਿਆਲ ਵਿੱਚ ਰਹੇ ਗੁਰੂ ਨਾਨਕ ਮਹਾਰਾਜ ਤੋਂ ਬਾਅਦ ਸਭ ਤੋਂ ਵਧੇਰੇ ਲੰਮੇ ਪੈਂਡੇ ਕਰਕੇ ਗੁਰਮਤਿ ਉਪਦੇਸ਼ ਨੂੰ ਦੂਰ ਦੂਰ ਫੈਲਾਉਣ ਅਤੇ ਸਮਾਜ ਮਾਨਵਤਾ ਦਾ ਭਲਾ ਕਰਨ ਲਈ ਪ੍ਰਚਾਰ ਫੇਰੀਆਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਹੀ ਕੀਤੀਆਂ ਨੇ। ਇਸ ਲਈ ਵੱਖ-ਵੱਖ ਮਤਾਂ ਦੇ ਲੋਕਾਂ ਨਾਲ ਗੁਰੂ ਸਾਹਿਬ ਜੀ ਦੇ ਸੰਵਾਦ ਵੀ ਹੁੰਦੇ ਰਹੇ ਤੇ ਦੂਰ ਦਰਾਜ ਤੱਕ ਜਾ ਕੇ ਸਤਿਗੁਰੂ ਮਹਾਰਾਜ ਨੇ ਧਾਰਮਿਕ ਜਗਤ ਵਿੱਚ, ਇਉਂ ਕਹਿ ਲਓ ਵੀ ਧਰਮ ਦੇ ਨਾਂ ਥੱਲੇ ਵਿਚਰਦੇ ਹੋਏ ਬੇਅੰਤ ਲੋਕਾਂ ਨੂੰ ਆਪਣੀਆਂ ਅੱਖਾਂ ਦੇ ਨਾਲ, ਆਪਣੇ ਨੇਤਰਾਂ ਦੇ ਨਾਲ ਨੇੜਿਓਂ ਹੋ ਕੇ ਵੇਖਿਆ। ਇਸ ਲਈ ਸਾਹਿਬ ਸਤਿਗੁਰੂ ਜੀ ਨੇ ਇਸ ਮੁਬਾਰਕ ਸ਼ਬਦ ਵਿੱਚ ਜੋਗੀ ਦੀ ਗੱਲ ਕੀਤੀ ਹੈ, ਤਿਆਗੀ ਭੇਖ ਵਿੱਚ ਵਿਚਰਨ ਵਾਲੇ ਉਹਨਾਂ ਵਿਅਕਤੀਆਂ ਦੀ ਗੱਲ ਕੀਤੀ ਹੈ। ਇੱਥੇ ਵੀ ਸਤਿਗੁਰੂ ਕਹਿੰਦੇ ਨੇ, ਮੈਂ ਜਾਣਦਾ ਹਾਂ, ਮੈਂ ਸਮਝਦਾ ਹਾਂ ਕਿ ਉਸ ਜੋਗੀ ਨੂੰ ਕੋਈ ਜੁਗਤ ਨਹੀਂ। ਐਸਾ ਨਹੀਂ ਵੀ ਜੇ ਕੋਈ ਕੰਨਾਂ 'ਚ ਮੁੰਦਰਾਂ ਪਾ ਲਵੇ, ਤਨ ਦੇ ਉੱਤੇ ਖਾਸ ਲਿਬਾਸ ਧਾਰਨ ਕਰ ਲਵੇ ਤੇ ਦਾਅਵਾ ਕਰੇ ਵੀ ਮੈਂ ਜੋਗੀਆਂ ਦੇ ਕਿਸੇ ਖਾਸ ਸਿਲਸਿਲੇ ਜਾਂ ਪੰਥ ਨਾਲ ਸੰਬੰਧ ਰੱਖਦਾ ਹਾਂ, ਮੈਂ ਗੁਰੂ ਧਾਰਨ ਕੀਤਾ ਹੋਇਆ, ਜਾਂ ਮੈਂ ਇੰਨਾ ਵਕਤ ਆਪਣੀ ਜ਼ਿੰਦਗੀ ਦਾ ਇਸ ਰਾਹ ਤੇ ਤੁਰਦਿਆਂ ਬਤੀਤ ਕਰ ਲਿਆ, ਤੇ ਕੇਵਲ ਇੰਨੀ ਗੱਲ ਨਾਲ ਉਹ ਜੋਗੀ ਨਹੀਂ ਬਣ ਜਾਂਦਾ। ਸਤਿਗੁਰੂ ਕਹਿੰਦੇ ਨੇ, ਮੈਂ ਸਮਝਾਂਗਾ ਵੀ ਉਹ ਜੋਗੀ ਹੁੰਦਿਆਂ ਹੋਇਆਂ ਵੀ, ਜੋਗੀ ਅਖਵਾਉਂਦਿਆਂ ਹੋਇਆਂ ਵੀ ਕੋਈ ਜੁਗਤ ਨਹੀਂ ਜਾਣਦਾ। ਕਿਉਂ ਨਹੀਂ ਜਾਣਦਾ? ਸਤਿਗੁਰੂ ਨੂੰ ਇਸ ਦਾ ਕਾਰਨ ਪੁੱਛੀਏ ਵੀ ਮਹਾਰਾਜ ਤੁਸੀਂ ਇਹ ਕਿਉਂ ਜਾਣਦੇ ਹੋ, ਤੁਸੀਂ ਇਹ ਕਿਉਂ ਸਮਝਦੇ ਹੋ? ਤਾਂ ਪਾਤਸ਼ਾਹ ਅਗਲੀ ਪੰਕਤੀ ਵਿੱਚ ਉਸ ਦਾ ਉੱਤਰ ਬਖਸ਼ਿਸ਼ ਕਰਦੇ ਨੇ। ਹਜ਼ੂਰ ਕਹਿੰਦੇ, ਲੋਭ ਮੋਹ ਮਾਇਆ ਮਮਤਾ ਫੁਨ ਜੇ ਘਟ ਮਾਹੇ ਪਛਾਨੋ। ਇਹ ਭਾਈ, ਇਸ ਦੀ ਮੈਂ ਤੁਹਾਨੂੰ ਇੱਕ ਪਛਾਣ ਦੱਸਦਾ, ਇਸ ਦਾ ਮੈਂ ਇੱਕ ਤੁਹਾਨੂੰ ਤਰੀਕਾ ਦੱਸਦਾ ਵੀ ਕਿਵੇਂ ਪਛਾਣਿਆ ਜਾਏ ਵੀ ਇਸ ਬੰਦੇ ਕੋਲ ਜੀਵਨ ਦੀ ਜੁਗਤੀ ਨਹੀਂ। ਸਤਿਗੁਰੂ ਕਹਿੰਦੇ, ਜਿਸ ਦੇ ਘਟ, ਘਟ ਦਾ ਭਾਵ ਹੈ ਹਿਰਦਾ, ਜਿਸ ਦੇ ਹਿਰਦੇ ਵਿੱਚ ਲੋਭ ਦਾ ਜ਼ੋਰ ਹੋਵੇ, ਮੋਹ ਦਾ ਵਾਸਾ ਹੋਵੇ ਤੇ ਮਾਇਆ ਦੀ ਮਮਤਾ ਹੋਵੇ, ਮਾਇਆ ਦੀ ਖਿੱਚ, ਅਟੈਚਮੈਂਟ, ਸਤਿਗੁਰੂ ਆਖਦੇ ਨੇ ਇਹ ਪਛਾਣ ਰੱਖ ਲਓ ਆਪਣੇ ਕੋਲ। ਉਹ ਭਾਵੇਂ ਜੋਗੀ ਵੀ ਅਖਵਾਉਂਦਾ ਹੋਵੇ, ਸਮਝੋ ਜੁਗਤ ਤੋਂ ਵਿਰਵਾ ਹੈ, ਜੀਵਨ ਜੁਗਤ ਦਾ ਉਸ ਨੂੰ ਕੋਈ ਗਿਆਨ ਨਹੀਂ, ਸੁਚੱਜੇ ਧਾਰਮਿਕ ਜੀਵਨ ਦੀ ਉਹ ਟੈਕਨੀਕ ਹੀ ਨਹੀਂ ਜਾਣਦਾ। ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ, ਜਿਸ ਦੇ ਹਿਰਦੇ ਵਿੱਚ, ਹੁਣ ਖਿਆਲ ਵਿੱਚ ਰੱਖਣਾ, ਲੋਭ ਕੀ ਹੈ? ਹਿਰਸ। ਲੋਭ ਇੱਕ ਐਸੀ ਖਿੱਚ ਹੈ ਜਿਹੜੀ ਪਦਾਰਥ ਦੇ ਵੰਨੀ ਸਾਡੇ ਅੰਦਰੋਂ ਪੈਂਦੀ ਹੈ, ਸਾਡੇ ਦਿਲ ਦਿਮਾਗ ਤੋਂ। ਭਾਵੇਂ ਬਾਹਰੀ ਤੌਰ ਦੇ ਉੱਤੇ ਮਨੁੱਖ ਦਾਅਵਾ ਕਰ ਦੇਵੇ ਵੀ ਮੈਂ ਤਿਆਗੀ ਹਾਂ, ਮੇਰਾ ਇਸ ਚੀਜ਼ ਨਾਲ ਕੋਈ ਸੰਬੰਧ ਨਹੀਂ, ਮੈਨੂੰ ਲੋੜ ਨਹੀਂ, ਪਰ ਸੱਚਾਈ ਇਹ ਹੈ
कि साडी सुरत विच ते साडे मन विच सदा ही ख्याल रहिंदा है। वो जिहड़ी अंदर दी पदार्थ नाल अटैचमेंट बनी हुई है, वो सानू खिच के, जे संसार दीयां नज़रां साडे ते होण तां असीं विखावा करदे रहिंदे हां, जे संसार दे लोकां दीयां नज़रां साडे तो हट जाण तां उन्हां चीज़ां दे विच ही जिन्हां दे त्याग दा असीं रौला पाउंदे हां, उन्हां विच असीं गलतान भी हो जांदे। इहदा मतलब साडे अंदर वो हिरस ते है, लालसा ते बनी हुई है। सतगुरु आखदे ने मसला ये नहीं भी तुसी जबान तो चीज़ नूं रद्ददे हो जां जबान तो उस चीज़ दा नां लैंदे हो। सवाल है भी तुहाडे अंदर जिन्ना चिर उस चीज़ दी लालसा बड़ी है, ਉਹੀ ਤੁਹਾਡੇ दुख का मूल कारण है, ਉਹੀ चस्का है ਜਿਹੜਾ ਤੁਸੀਂ ਭੋਗਦੇ ਹੋ। कोई मनुख ਆਪਣੀਆਂ ਅੱਖਾਂ ਨਾਲ ਕਿਸੇ ਚੀਜ਼ ਨੂੰ ਵੇਖ ਕੇ ਆਪਣੀ ਲਾਲਸਾ ਨੂੰ ਪੂਰੀ ਕਰਦਾ ਹੈ, ਕੋਈ ਕੰਨਾਂ ਨਾਲ ਸੁਣ ਕੇ ਕਰਦਾ ਹੈ, ਕੋਈ ਜ਼ਬਾਨ ਨਾਲ ਬੋਲ ਕੇ ਜਾਂ ਖਾ ਕੇ ਕਰਦਾ ਹੈ, ਕੋਈ ਸੋਚ ਕੇ ਕਰਦਾ ਹੈ। ਲਾਲਸਾ ਪੂਰੀ ਕਰਨ ਦੇ ਵੀ ਸਾਡੇ ਆਪਣੇ ਆਪਣੇ ਢੰਗ ਨੇ। ਜਿਹੜੇ ਵਿਕਾਰ ਅਸੀਂ ਫਿਜ਼ੀਕਲੀ ਸਿੱਧੇ ਨਾ ਭੋਗ ਸਕੀ, ਉਸ ਨੂੰ ਅਸੀਂ ਗੱਲਾਂ ਨਾਲ, ਉਸ ਨੂੰ ਆਪਣੀ ਕੰਨਾਂ ਨਾਲ ਸੁਣ ਕੇ, ਉਸ ਨੂੰ ਅਸੀਂ ਪੜ੍ਹ ਕੇ, ਉਸ ਨੂੰ ਅਸੀਂ ਸੋਚ ਕੇ ਆਪਣੇ ਮਨ ਨੂੰ ਉਹ ਖੁਰਾਕ ਮੁਹੱਈਆ ਕਰਾਉਂਦੇ ਰਹਿੰਦੇ ਹਾਂ ਲਗਾਤਾਰ। ਇੱਕ ਉਦਾਹਰਣ ਦੇਣਾ, ਕਈ ਵਾਰ ਇਸ ਤਰ੍ਹਾਂ ਵਾਪਰਦਾ ਹੈ, ਕੋਈ ਮਨੁੱਖ ਸਾਡੇ ਤੋਂ ਜ਼ਿਆਦਾ ਤਾਕਤ ਰੱਖਣ ਵਾਲਾ ਹੈ, ਉਹ ਜ਼ਿਆਦਾ ਤਾਕਤ ਰੱਖਣ ਵਾਲੇ ਮਨੁੱਖ ਦਾ ਅਸੀਂ ਵਿਗਾੜ ਤੇ ਕੁਝ ਨਹੀਂ ਸਕਦੇ, ਪਰ ਅਸੀਂ ਆਪਣੇ ਮਨ ਅੰਦਰ ਇੱਕ ਕਹਾਣੀ ਬੁਣਦੇ ਰਹਿੰਦੇ ਹਾਂ, ਸੁਰਤ ਕਰਕੇ, ਮਨ ਕਰਕੇ, ਆਪਣੇ ਜ਼ਿਹਨ ਵਿੱਚ, ਆਪਣੇ ਦਿਮਾਗ ਵਿੱਚ ਉਸ ਦੇ ਪ੍ਰਤੀ ਬੜੇ ਹੀਣੇ ਖਿਆਲ ਅਸੀਂ ਭਰਦੇ ਰਹਿੰਦੇ ਹਾਂ ਆਪਣੇ ਆਪ ਵਿੱਚ। ਉਹ ਹੁਣ ਅਸੀਂ ਕਿਸ ਦਾ ਚਸਕਾ ਪੂਰਾ ਕਰਦੇ ਹਾਂ? ਆਪਣੇ ਮਨ ਦਾ। ਅਸੀਂ ਆਪਣੇ ਮਨ ਦੇ ਉਹ ਦਵੈਸ਼ ਨੂੰ ਕੱਢਦੇ ਨਹੀਂ ਕਿ ਅਸੀਂ ਇਹ ਮੈਲ ਕਿਉਂ ਆਪਣੇ ਆਪ ਉੱਤੇ ਲਾ ਰਹੇ ਹਾਂ, ਅਸੀਂ ਆਪਣੇ ਆਪ ਨੂੰ ਕਿਉਂ ਪਲੀਤ ਕਰ ਰਹੇ ਹਾਂ, ਅਸੀਂ ਆਪਣਾ ਅੰਤਰ-ਆਤਮਾ ਕਿਉਂ ਜ਼ਰੀਲਾ ਕਰ ਰਹੇ ਹਾਂ, ਪਰ ਅਸੀਂ ਕਰਦੇ ਹਾਂ ਕਿਉਂਕਿ ਸਾਡੇ ਅੰਦਰ ਤੇ ਉਹ ਚੀਜ਼ ਬਣੀ ਹੋਈ ਹੈ ਨਾ। ਭਾਵੇਂ ਅਸੀਂ ਕਹੀਏ ਵੀ ਮੈਂ ਇਹਦੇ ਨਾਲ ਕੋਈ ਵੈਰ ਨਹੀਂ ਕੱਢ ਰਿਹਾ, ਮੈਨੂੰ ਇਹਦੇ ਨਾਲ ਕੋਈ ਨਫ਼ਰਤ ਨਹੀਂ, ਪਰ ਸੱਚਾਈ ਇਹ ਵੀ ਸਾਡੇ ਅੰਦਰ ਉਹ ਸਾਰਾ ਮਾਦਾ ਬਣਿਆ ਪਿਆ, ਸਾਰੀ ਚੀਜ਼ ਬਣੀ ਪਈ ਹੈ। ਸਾਨੂੰ ਪਲੇਟਫਾਰਮ ਨਹੀਂ ਮਿਲਦਾ ਵੀ ਅਸੀਂ ਉਸ ਮਨੁੱਖ ਨੂੰ ਢਾਹ ਲਈਏ, ਉਹਦਾ ਕੋਈ ਨੁਕਸਾਨ ਕਰ ਦਈਏ ਜਾਂ ਉਹਦਾ ਬੁਰਾ ਕਰ ਦਈਏ। ਤਾਂ ਉਹ ਜਿਹੜੀ ਚੀਜ਼ ਅੰਦਰ ਸਾਡੇ ਮੌਜੂਦ ਹੈ, ਅਵੇਲੇਬਲ ਹੈ, ਉਹੀ ਖਤਰਨਾਕ ਹੈ। ਭਾਵੇਂ ਪਹਿਰਾਵਾ ਤਿਆਗ ਦਾ ਹੋਵੇ ਜਾਂ ਪਦਾਰਥਵਾਦੀ ਮਨੁੱਖ ਵਰਗੀ ਲੁਕ ਹੋਵੇ, ਵਿਖਾਵਾ ਹੋਵੇ, ਪਰ ਅੰਦਰ ਜੇ ਲਾਲਸਾ ਬਣੀ ਹੋਈ ਹੈ ਉਸ ਚੀਜ਼ ਦੀ, ਵਿਸ਼ੇ ਦੀ, ਵਿਕਾਰ ਦੀ, ਮਾੜੇ ਪਾਸੇ ਦੀ, ਕਿਸੇ ਚੀਜ਼ ਦੀ ਖਿੱਚ ਦੀ, ਤੇ ਇਹਦਾ ਮਤਲਬ ਸੰਭਾਵਨਾ ਹੈ ਤੇ ਅਸੀਂ ਜੀਵਨ ਦੇ ਪੈਂਡੇ ਉੱਤੇ ਕਿਸੇ ਮੁਕਾਮ ਉੱਤੇ ਜਾ ਕੇ ਵੀ, ਕਿਸੇ ਪਲ ਉੱਤੇ ਜਾ ਕੇ ਵੀ ਥਿੜਕ ਸਕਦੇ ਹਾਂ। ਸਤਿਗੁਰੂ ਸਾਡੇ ਅੰਦਰ ਦੇ ਉਸ ਨੁਕਤੇ ਨੂੰ, ਉਸ ਖਿਆਲ ਨੂੰ ਮੁਖਾਤਬ ਹੋ ਰਹੇ ਨੇ, ਜਿਸ ਖਿਆਲ ਤੇ ਜਾ ਕੇ ਮਨੁੱਖ ਆਪਣੀ ਕਰਨੀ ਤੋਂ ਡਿੱਗ ਪੈਂਦਾ, ਨੀਵਾਂ ਹੋ ਜਾਂਦਾ ਹੈ। ਇੱਕ ਜਗ੍ਹਾ ਤੇ ਬੜੀ ਖੂਬਸੂਰਤ ਕਹਾਣੀ ਲਿਖੀ ਹੈ, ਕਹਿੰਦੇ ਨੇ ਭਰਥਰੀ ਹਰੀ। ਭਾਰਤ ਵਿੱਚ ਜੋਗ ਮੱਤ ਦਾ ਕਿਸੇ ਵੇਲੇ ਇੰਨਾ ਜ਼ੋਰ ਰਿਹਾ ਹੈ ਵੀ ਕਈ ਰਜਵਾੜੇ, ਛੋਟੀਆਂ ਰਿਆਸਤਾਂ ਦੇ ਮਾਲਕ ਵੀ ਜਿਹੜੇ ਸਨ, ਉਹ ਵੀ ਜੋਗ ਮੱਤ ਦੇ ਪ੍ਰਭਾਵ ਥੱਲੇ ਆ ਕੇ ਤਿਆਗੀ ਹੋ ਗਏ ਸਨ। ਭਰਥਰੀ ਹਰੀ ਬਾਰੇ ਕਿਹਾ ਜਾਂਦਾ ਵੀ ਉਹ ਵੀ ਇੱਕ ਛੋਟੀ ਜਿਹੀ ਰਿਆਸਤ ਦਾ, ਜਗ੍ਹਾ ਦਾ ਰਾਜਾ ਸੀ, ਤੇ ਉਹ ਵੀ ਜੋਗ ਮੱਤ ਦੇ ਪ੍ਰਭਾਵ ਅਧੀਨ ਜੋਗੀ ਬਣ ਗਿਆ, ਯਾਨੀ ਕਿ ਤਿਆਗੀ ਹੋ ਘਰ ਬਾਹਰ ਛੱਡ ਦਿੰਦਾ। ਉਹ ਰਸਤੇ ਚੋਂ ਗੁਜ਼ਰ ਰਿਹਾ ਤੇ ਉਸ ਨੂੰ ਇਸ ਤਰ੍ਹਾਂ ਝੌਲਾ ਭੁਲੇਖਾ ਪਿਆ ਵੀ ਜਿਵੇਂ ਜ਼ਮੀਨ ਦੇ ਉੱਤੇ ਕੋਈ ਹੀਰਾ ਪਿਆ, ਚਮਕ ਰਿਹਾ। ਉਸਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਕਹਾਣੀ ਲਿਖਣ ਵਾਲੇ ਲਿਖਦੇ ਨੇ ਕਿ ਉਹ ਕਿਸੇ ਨੇ ਪਾਨ ਖਾ ਕੇ ਥੁੱਕਿਆ ਹੋਇਆ ਸੀ, ਤੇ ਉਸਨੇ ਜਦੋਂ ਉਸ ਪੱਤੇ ਨੂੰ ਆਪਣੇ ਹੱਥ ਵਿੱਚ ਫੜਿਆ ਤੇ ਉਸ ਨੂੰ ਆਪਣੇ ਆਪ ਉੱਤੇ ਬੜਾ ਰੰਜ ਵੀ ਹੋਇਆ, ਉਸ ਨੂੰ ਆਪਣਾ ਆਪ ਬੜਾ ਹਾਸੋਹੀਣਾ ਵੀ ਲੱਗਿਆ। ਉਹ ਪੱਤਾ ਥੁੱਕ ਵਾਲਾ ਜ਼ਮੀਨ ਤੇ ਵਾਪਸ ਸੁੱਟਦਿਆਂ ਹੋਇਆ ਉਹ ਆਪਣੇ ਆਪ ਨੂੰ ਲਾਹਨਤ ਪਾਉਂਦਿਆਂ ਕਹਿੰਦਾ ਵੀ ਹੀਰੇ ਤਾਂ ਤੇਰੇ ਘਰ ਵਿੱਚ ਵੀ ਸਨ, ਸੋਨਾ ਤੇ ਤੇਰੇ ਘਰ ਵਿੱਚ ਵੀ ਸੀ, ਉਹ ਚੀਜ਼ਾਂ ਤੇ ਤੇਰੇ ਘਰ ਵਿੱਚ ਵੀ ਸਨ, ਸ਼ੌਹਰਤ ਸੀ, ਵਡਿਆਈ ਸੀ। ਇਹਦਾ ਮਤਲਬ ਹੈ ਵੀ ਉਹ ਸਾਰਾ ਕੁਝ ਤੂੰ ਇੱਕ ਵੇਗ ਵਿੱਚ ਛੱਡ ਆਇਆ ਤੇ ਹੁਣ ਫਿਰ ਉਹੀ ਚੀਜ਼ ਨੂੰ ਹਾਸਲ ਕਰਨ ਵਾਸਤੇ, ਜ਼ਮੀਨਾਂ ਤੋਂ ਇਕੱਠੀ ਕਰਨ ਵਾਸਤੇ ਫਿਰ ਹੱਥ ਪੈਰ ਮਾਰ ਰਿਹਾ ਵੀ ਜਦੋਂ ਜੇ ਤੂੰ ਇਕੱਠਾ ਹੀ ਕਰਨਾ ਸੀ, ਬਿਖਰਿਆ ਹੋਇਆ ਹੀ ਚੁੱਕਣਾ ਸੀ, ਤੇ ਛੱਡਣ ਦਾ ਇਹ ਫੈਸਲਾ ਤੈਨੂੰ ਲੈਣਾ ਹੀ ਨਹੀਂ ਸੀ ਚਾਹੀਦਾ। ਹੁਣ ਇਸ ਸਮੁੱਚੀ ਕਹਾਣੀ ਦੇ ਵਿੱਚੋਂ ਇੱਕ ਚੀਜ਼ ਜਿਹੜੀ ਉੱਭਰ ਕੇ ਸਾਹਮਣੇ ਆਉਂਦੀ ਵੀ ਅੰਦਰ ਉਹ ਚੀਜ਼ ਹੈ, ਅੰਦਰੋਂ ਲਾਲਸਾ ਹੈ, ਅੰਦਰੋਂ ਖਿੱਚ ਹੈ। ਪਾਤਸ਼ਾਹ ਮਹਾਰਾਜ ਬਾਣੀ ਵਿੱਚ ਆਖਦੇ ਨੇ ਵੀ ਜੇ ਅੰਦਰ ਲੋਭ ਹੈ ਤੇ ਦੂਜੀ ਚੀਜ਼ ਕਹੀ ਸਤਿਗੁਰੂ ਨੇ ਮੋਹ, ਅਟੈਚਮੈਂਟ, ਪਦਾਰਥ ਬੰਨੀ ਜਾਂ ਕਿਸੇ
ਵਕਾਰ ਵੰਨੀ ਜਾਂ ਕੋਈ ਵੀ ਕਿਸੇ ਭੋਗ ਵਿਲਾਸ ਵੰਨੀ। ਸਤਿਗੁਰੂ ਆਖਦੇ ਨੇ ਮਾਇਆ ਮਮਤਾ ਫੁਨ ਅਤੇ ਮਾਇਆ ਦੀ ਮਮਤਾ। ਇੱਥੇ ਸਤਿਗੁਰੂ ਜਦੋਂ ਮਾਇਆ ਮਮਤਾ ਸ਼ਬਦ ਵਰਤਦੇ ਨੇ ਤਾਂ ਇੱਥੇ ਹੁਣ ਮਾਇਆ ਦਾ ਜੋ ਸੰਕਲਪ ਹੈ ਉਹ ਸਤਿਗੁਰੂ ਨੇ ਬਿਆਨ ਕਰ ਦਿੱਤਾ ਹੈ ਵੀ ਲੋਭੀ ਹੋਣਾ ਤੇ ਮੋਹ ਵਿੱਚ ਫਸ ਜਾਣਾ ਇਹੀ ਮਾਇਆ ਹੈ, ਮਾਇਆ ਦੀ ਮਮਤਾ ਹੈ। ਪਦਾਰਥ ਦੀ ਖਿੱਚ ਹੋਣਾ, ਪਦਾਰਥ ਦਾ ਮੋਹ ਅੰਦਰ ਹੋਣਾ। ਤੋ ਸਹਿਬ ਸਤਿਗੁਰੂ ਕਹਿੰਦੇ ਨੇ ਜੇ ਘਟਮਾ ਹੈ ਜਿਸ ਦੇ ਹਿਰਦੇ ਵਿੱਚ ਹੈ, ਇਸ ਤੋਂ ਪਛਾਣ ਲਓ ਵੀ ਇਹ ਐਸਾ ਮਨੁੱਖ ਭਾਵੇਂ ਤਿਆਗੀ ਜਾਂ ਜੋਗੀ ਵੀ ਅਖਵਾਉਂਦਾ ਹੋਵੇ, ਉਹ ਜੁਗਤ ਨਹੀਂ ਜਾਣਦਾ ਜੀਵਨ ਦੀ। ਤੋ ਸਹਿਬ ਸਤਿਗੁਰੂ ਮਹਾਰਾਜ ਅਗਲੇ ਬੰਦ ਵਿੱਚ ਫਰਮਾਉਂਦੇ ਨੇ, ਹੁਣ ਸਤਿਗੁਰੂ ਨੂੰ ਪੁੱਛੀਏ ਮਹਾਰਾਜ ਫਿਰ ਤੁਹਾਡੀ ਦ੍ਰਿਸ਼ਟੀ ਵਿੱਚ ਜੁਗਤ ਵਾਲਾ ਜੀਵਨ ਕਿਹੜਾ ਹੈ? ਚਲੋ ਇਹ ਤਾਂ ਮੰਨਿਆ ਕਿ ਜਿਹਦੇ ਪੱਲੇ ਲੋਭ ਹੈ, ਮੋਹ ਹੈ, ਮਾਇਆ ਦੀ ਮਮਤਾ ਹੈ, ਉਹ ਸੁਚੱਜੀ ਜੀਵਨ ਜੁਗਤੀ ਵਾਲਾ ਜੀਵਨ ਨਹੀਂ। ਪਰ ਤੁਸੀਂ ਇਹ ਦੱਸੋ ਵੀ ਸੁਚੱਜੀ ਜੀਵਨ ਜੁਗਤ ਵਾਲਾ ਜੀਵਨ ਕਿਹੜਾ ਹੈ? ਪਾਤਸ਼ਾਹ ਜੀ ਫਰਮਾਉਂਦੇ ਨੇ ਪਾਰ ਨਿੰਦਾ ਉਸਤਤ ਨਹਿ ਜਾਕੈ। ਜਿਸ ਦੇ ਜੀਵਨ ਵਿੱਚ ਦੂਸਰੇ ਦੀ ਨਿੰਦਾ ਨਹੀਂ, ਪਰ ਨਿੰਦਾ ਖਿਆਲ ਵਿੱਚ ਰੱਖਣਾ। ਜਦੋਂ ਪਰ ਨਿੰਦਾ ਸ਼ਬਦ ਆਉਂਦਾ ਹੈ ਤਾਂ ਇਸ ਦਾ ਮਤਲਬ ਹੈ ਪਰਾਈ ਨਿੰਦਾ। ਕੀ ਮਨੁੱਖ ਆਪਣੀ ਨਿੰਦਾ ਵੀ ਕਰਦਾ ਹੈ? ਪਰ ਨਿੰਦਾ ਸ਼ਬਦ ਜਿਹੜਾ ਹੈ ਉਹ ਸੰਕੇਤ ਦਿੰਦਾ ਵੀ ਦੂਸਰੇ ਦੀ ਨਿੰਦਾ, ਪਰਾਏ ਬੰਦੇ ਦੀ, ਦੂਸਰੇ ਦੀ ਨਿੰਦਾ ਕਰਨੀ। ਪਹਿਲੀ ਤੇ ਗੱਲ ਨਿੰਦਾ ਦਾ ਕਨਸੈਪਟ ਇਹ ਹੈ ਬਾਣੀ ਦੇ ਅੰਦਰ ਵੀ ਸੱਚ ਨੂੰ ਜਾਣ ਬੁੱਝ ਕੇ ਹੀ ਝੁਠਲਾ ਕੇ ਪੇਸ਼ ਕਰਨਾ, ਇਹਨੂੰ ਨਿੰਦਾ ਕਿਹਾ ਗਿਆ। ਸਹੀ ਨੂੰ ਗਲਤ ਰੂਪ ਵਿੱਚ ਪੇਸ਼ ਕਰਨਾ, ਪ੍ਰਾਪੇ ਗੰਡੇ ਕਰਕੇ, ਈਰਖਾ ਕਰਕੇ, ਦਵੈਸ਼ ਕਿਸੇ ਵੀ ਕਾਰਨ ਕਰਕੇ। ਪਰ ਜਦੋਂ ਸ਼ਬਦ ਪਰ ਨਿੰਦਾ ਆ ਜਾਏ ਤੇ ਉਦੋਂ ਆਉਂਦਾ ਵੀ ਪਰਾਈ ਨਿੰਦਾ। ਕੀ ਮਨੁੱਖ ਆਪਣੀ ਨਿੰਦਾ ਵੀ ਕਰਦਾ? ਫਿਰ ਇਹ ਸਵਾਲ ਪੈਦਾ ਹੋਏਗਾ, ਹਾਂ ਕਰਦਾ। ਆਪਣੇ ਆਪ ਨੂੰ ਵੀ ਕਈ ਵਾਰ ਮਨੁੱਖ ਮਾੜਾ ਕਹਿੰਦਾ ਹੈ, ਉਹਦੇ ਵਿੱਚੋਂ ਵੀ ਉਹ ਦੂਸਰੇ ਕੋਲੋਂ ਉਮੀਦ ਕਰਦਾ ਵੀ ਜੇ ਮੈਂ ਆਪਣੇ ਆਪ ਨੂੰ ਨੀਵਾਂ ਬਣਾ ਕੇ ਪੇਸ਼ ਕਰਾਂ ਤੇ ਦੂਸਰਾ ਮਨੁੱਖ ਸਮਝੇਗਾ ਵੇਖੋ ਕਿੰਨਾ ਨਿਮਰਤਾਵਾਨ ਹੈ, ਕਿੰਨਾ ਧੀਰਜ ਵਾਲਾ ਹੈ, ਕਿੰਨਾ ਸਹਿਜ ਵਾਲਾ ਹੈ, ਕਿੰਨੀ ਉੱਚੀ ਅਵਸਥਾ ਵਾਲਾ ਹੈ, ਵੀ ਆਪਣੇ ਆਪ ਨੂੰ ਵੀ ਕ੍ਰਿਟੀਸਾਈਜ਼ ਕਰ ਲੈਂਦਾ ਹੈ। ਕਈ ਵਾਰ ਆਪਣੇ ਆਪ ਨੂੰ ਨਿੰਦਣ ਦੇ ਪਿੱਛੇ ਵੀ ਸਾਡੀ ਭੁੱਖ ਵਡਿਆਈ ਲੈਣ ਦੀ, ਪ੍ਰਭਤਾ ਹਾਸਲ ਕਰਨ ਦੀ, ਵਾਹ ਖੱਟਣ ਦੀ ਹੁੰਦੀ ਹੈ। ਸੱਚਮੁੱਚ ਅਸੀਂ ਆਪਣੇ ਆਪ ਨੂੰ ਨਿਮਰਤਾ ਵਿੱਚ ਨਹੀਂ ਕਈ ਵਾਰ ਰੱਖਦੇ। ਕਈ ਵਾਰ ਐਸਾ ਵਿਹਾਰ ਹੁੰਦਾ ਹੈ ਕਿ ਸਾਡੇ ਪਿੱਛੇ ਭਾਵਨਾ ਕੀ ਖੜੀ ਹੈ, ਇਹ ਤੈਅ ਕਰਦੀ ਹੈ ਵੀ ਅਸੀਂ ਜੋ ਕਰ ਰਹੇ ਹਾਂ ਉਹ ਕਿੰਨਾ ਕੁ ਸਾਫ਼ ਮਨ ਨਾਲ ਕਰ ਰਹੇ ਹਾਂ। ਤੋ ਖੈਰ ਸਤਿਗੁਰੂ ਨੇ ਇੱਥੇ ਸ਼ਬਦ ਵਰਤਿਆ ਪਰ ਨਿੰਦਾ। ਦੂਸਰੇ ਦੇ ਭਲੇ ਨੂੰ ਵੀ, ਚੰਗੇ ਨੂੰ ਵੀ ਬੁਰਾ ਕਹਿਣਾ, ਉਹਦੇ ਪਿੱਛੇ ਜੋ ਭਾਵਨਾ ਖੜੀ ਹੈ ਵੀ ਕਿਉਂ ਬੰਦਾ ਕਹਿੰਦਾ ਕੋਈ ਚੰਗਾ ਹੈ ਤਾਂ ਫਿਰ ਵੀ ਉਹਨੂੰ ਬੁਰਾ ਕਿਉਂ ਕਹਿੰਦਾ? ਉਸ ਨੂੰ ਬੁਰਾ ਇਸ ਕਰਕੇ ਕਹਿੰਦਾ ਹੈ ਕਿ ਉਸ ਨੂੰ ਬੁਰਾ ਸਾਬਤ ਕਰਕੇ ਮਨੁੱਖ ਆਪਣੇ ਆਪ ਨੂੰ ਚੰਗਾ ਸਾਬਤ ਕਰਨਾ ਚਾਹੁੰਦਾ ਹੈ, ਜਾਂ ਜੋ ਚੰਗਾ ਕਰ ਰਿਹਾ ਉਸ ਨਾਲ ਬਣਦੀ ਨਹੀਂ, ਉਸ ਨਾਲ ਨਫ਼ਰਤ ਹੈ, ਉਸ ਨਾਲ ਈਰਖਾ ਹੈ, ਉਸ ਨਾਲ ਭੇਦ ਭਾਵ, ਉਹਦਾ ਗੁਣ ਵੀ ਔਗਣ ਵਾਂਗ ਲੱਗਦਾ ਹੈ। ਤੋ ਪਾਤਸ਼ਾਹ ਜੀ ਕਹਿੰਦੇ ਨੇ ਦੂਸਰੇ ਦੀ ਨਿੰਦਾ, ਜਿਸ ਦੇ ਪੱਲੇ ਦੂਸਰੇ ਦੀ ਨਿੰਦਾ ਨਾ ਹੋਵੇ, ਉਸਤਤ ਨਹਿ ਜਾ ਕੇ, ਤੇ ਖੁਦ ਦੀ ਉਸਤਤੀ ਦੀ ਵਡਿਆਈ ਦੀ ਭੁੱਖ ਆਪਣੀ ਜ਼ਿੰਦਗੀ ਵਿੱਚ ਨਾ ਹੋਵੇ। ਕੰਚਨ ਲੋਹ ਸਮਾਨੋ, ਜਿਸ ਵਾਸਤੇ ਕੰਚਨ ਸੋਨਾ ਵੀ ਲੋਹੇ ਦੇ ਸਮਾਨ ਹੈ। ਭਾਵ ਜਿਹੜਾ ਇਹ ਸਮਝਦਾ ਹੈ ਵੀ ਕੀਮਤੀ ਵਸਤੂਆਂ ਵੀ ਜ਼ਾਇਆ ਹੋ ਜਾਣ ਵਾਲੀਆਂ ਨੇ, ਨਾਸ਼ ਹੋ ਜਾਣ ਵਾਲੀਆਂ ਨੇ, ਖਤਮ ਹੋ ਜਾਣ ਵਾਲੀਆਂ ਨੇ, ਇਹਨਾਂ ਦੀ ਵੀ ਵਕਤ ਪਾ ਕੇ ਕੋਈ ਮੇਰੀ ਜ਼ਿੰਦਗੀ 'ਚ ਵੈਲਿਊ ਨਹੀਂ ਰਹੇਗੀ। ਧਨ ਪਦਾਰਥ ਢੇਰਾਂ ਨੇ, ਪਰ ਜਦੋਂ ਬੰਦੇ ਦੀ ਜ਼ਿੰਦਗੀ ਹਰਨ ਲੱਗਦੀ ਹੈ, ਖਤਮ ਹੋਣ ਲੱਗਦੀ, ਤੇ ਉਹ ਵੀ ਇਹਦੀ ਜ਼ਿੰਦਗੀ ਨੂੰ ਬਚਾਉਣ ਲਈ ਸਹਾਇਤਾ ਨਹੀਂ ਕਰ ਸਕਦੇ। ਉਹ ਸਹੂਲਤ ਹੋ ਸਕਦੀ ਹੈ ਪਰ ਉਹ ਜੀਵਨ ਦਾ ਆਧਾਰ ਨਹੀਂ ਹੋ ਸਕਦੇ। 36 ਪ੍ਰਕਾਰ ਦੇ ਪਕਵਾਨ ਮਨੁੱਖ ਦੇ ਟੇਬਲ ਉੱਤੇ, ਮੇਜ਼ ਉੱਤੇ ਸੱਜੇ ਪਏ ਨੇ, ਪਰ ਜੇ ਮਨੁੱਖ ਬਿਮਾਰ ਹੈ, ਰੋਗੀ ਹੈ, ਖਾ ਨਹੀਂ ਸਕਦਾ, ਉਹਨੂੰ ਖਾਧਾ ਪਚਦਾ ਨਹੀਂ, ਤਾਂ ਦੱਸੋ 36 ਪ੍ਰਕਾਰ ਦੇ ਪਕਵਾਨ ਉਹਦੀ ਜ਼ਿੰਦਗੀ ਦਾ ਆਸਰਾ ਬਣ ਸਕਦੇ ਨੇ? ਨਹੀਂ। ਤਾਂ ਮਨੁੱਖ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੋਈ ਵੀ ਸੰਸਾਰ ਦੀ ਕੀਮਤੀ ਤੱਕ ਵਸਤੂ ਵੀ, ਬਹੁਤ ਵੈਲਿਊ ਵਾਲੀ ਚੀਜ਼ ਵੀ ਅਖੀਰ ਨੂੰ ਬਿਨਸਨਾਰ ਹੈ, ਮੁੱਕ ਜਾਣ ਵਾਲੀ ਹੈ। ਜਿਹੜਾ ਇਸ ਖਿਆਲ ਨੂੰ ਆਪਣੀ ਸੁਰਤ ਵਿੱਚ ਟਿਕਾਉਂਦਾ ਹੈ, ਹਸ਼ਰ ਸਮਝਦਾ ਕਿਸੇ ਚੀਜ਼ ਦਾ। ਫਿਰ ਹਜ਼ੂਰ ਕਹਿੰਦੇ ਨੇ ਹਰਖ ਸੋਗ ਤੇ ਰਹਿ ਅਤੀਤਾ। ਹਰਖ ਕਹਿੰਦੇ ਹਨ ਖੁਸ਼ੀ ਨੂੰ, ਵਕਤੀ ਖੁਸ਼ੀ ਦੇ ਉਛਾਲ ਵਿੱਚ ਜੀਣਾ, ਤੇ ਸੋਗ ਦਾ ਮਤਲਬ ਹੈ ਗਮ ਤੇ ਉਦਾਸੀ ਵਿੱਚ। ਹੁਣ ਖਿਆਲ ਵਿੱਚ ਰੱਖਣਾ, ਗੁਰਬਾਣੀ ਜਿਹਨੂੰ ਸਹਿਜ ਆਖਦੀ ਹੈ, ਉਹ ਸਹਿਜ ਹੈ ਹਰਖ ਤੇ ਸੋਗ ਤੋਂ ਅਤੀਤ ਹੋ ਜਾਣਾ, ਮੁਕਤ ਹੋ ਜਾਣਾ, ਵਕਤੀ
खुशी विच कोई चीज़ आउंदी है तो सानू चाह हुंदा, वो चाह माड़ा नहीं, पर कई बार उस चाह विच असीं उस चीज़ का हशर भी भुल जाने। ते सोग का मतलब जदों चीज़ चली जाती है, इन्नी डूंगी उदासी विच डिग पैंदे भी जिंदगी पूरी तरह नाल खत्म होने के किनारे पहुंच जाती है, तो वो चीज़ का विछोड़ा जिंदगी के लिए रोग बन जाता है। पातशाह कहते जिहड़ा इस तो अतीत रवे, अतीत का मतलब है निर्लेप मुक्त रवे, जोगी ताहे बखानो। हे भाई, ऐसे जीवन जीण वाले नूं ही तुसी जोगी समझो। मैं तो उसे नूं जोगी बखानदा, उसे नूं जोगी आखदा। फिर पातशाह कहते ने चंचल मन दह दिश कौ धावत, अचल जाहे ठहरानो। जिहड़ा चंचल, चंचल का मतलब है एक जगह ना टिकण वाला, टिकाओ विच ना रहण वाला। जिहड़ा टिकाओ विच नहीं रहिंदा, ऐसा मन जिहड़ा दसां दिशां च भाव हर पासे भटकदा है। मन का भटकना काहदे लई है? खाहिशां लई, तृष्णा लई। जो अवेलेबल नहीं, जो है नहीं, ਉਹਦੀ उम्मीद विच भटकना, ते जो है उसनूं मानना नहीं। कमाल की खेड है भी जिहड़ी चीज़ की खाहिश हुंदी है, जदों चीज़ मिल जाती है तो उसनूं मानण की बजाय जो नहीं हुंदा उस वल भटकना ज़्यादा तेज हो जाती है। मनुख के जीवन का सब तो वड्डा दुखांत ही ये है, जो है नहीं उसकी तृष्णा विच दिन रात झोरा करदा है ते बेचैन रहिंदा है, ते जो है उस दे शुक्र विच जी के उसनूं हंडाउण की कोशिश नहीं करता। ये भटकना वाली स्थिति मनुख के जीवन विच बेचैनी पैदा करती है, तृष्णा पैदा करती है, तकलीफ पैदा करती है, जिंदगी का रस खत्म करती है। महाराज कहते ने इस दसां दिशावां च हर पासे भटकण वाले चंचल मन नूं जिहड़ा अचल जाहे ठहरानो, ना चलन योग बना लैंदा है। अचल का मतलब है टिका विच लिआउंदा है, इहनूं ठहरा विच लिआउंदा है। जिहड़ा अपने मन वल ध्यान दिंदा है, मन की स्थिति, मन की अवस्था वल भी ध्यान दिंदा है। कहो नानक ए विद को जो नर, सतगुरु समाप्ति की पंक्ति विच कहंदे ने हे नानक आख ये विद। हुण सतगुरु ने पहली पंक्ति विच कहा सी भी ऐस मैं जानदा, मैं समझदा भी ऐसा जोगी अखवाउण वाला भी जुगत नहीं जानदा। फिर सतगुरु महाराज ने दे कारण बयान किए भी क्यों लोभ मोह माया ममता फुनपी, जिहड़ा इन्हां औगणां दा शिकार है, इस प्रवृत्ति का शिकार है। फिर सतगुरु नूं पुछया महाराज तुहाडी दृष्टि च फिर जुगत की है? सतगुरु ने फिर अगलियां 3 पंक्तियां विच फरमाया कि पर निंदा उस्तत न जाकै कंचन लो समानो, हरक सोग ते रहे अतीता, जोगी ताहे बखानो, चंचल मत दै दिश कौ धावत, चंचल मन दै दिश कौ धावत, चल जाहे ठहरानो। हुण सतगुरु जी नबेड़ा करते ने कहो नानक, हे नानक आख ए विद को जो नर, इस विधि जुगत मुताबक जिहड़ा मनुख जीवन बतीत करता है, जिहड़ा इस जीवन जुगती नूं अख्तियार करता है, धारण करता है, मुक्त ताहे तुम मानो, उसनूं तुसीं मुक्त समझो। किहड़ी चीज़ तो? लोभ तो, मोह तो, माया की ममता तो, हरख सोग तो, उस्तत निंदा तो। सतगुरु आखदे ने वाशनावां तो अंदर दी भटकना ते दुख तो उसनूं मुक्त समझो, जिहड़ा आ उपर दसी हुई विधि नूं अपना के अपने जीवन की अवस्था नूं, अपनी सुरत नूं उचिया चुकदा है। कहो नानक ए विद को जो नर, मुक्त ताहे तुम मानो, उसनूं तुसीं समझो कि वह मुक्त है। मेरी दृष्टि विच वो हर प्रकार के बंधन तो रहत है, ते ऐसा बंधन मुक्ता मनुख ही किसी का आदर्शक जीवन वाला मनुख हो सकता है, उही सच्चा जोगी हो सकता है, उही जीवन की सुचज्जी जुगत जानता है। इसलिए साहब सतगुरु ने अंजन माहे निरंजन रही है, जोग जुगत इव पाईया। साहब सतगुरु ने, गुरु नानक महाराज ने अपने शब्द विच भी कहा सी, भावें कन्नां च मुंदरां होण, सींगी वजदी होवे, तन दे उत्ते भगवें कपड़े होण, खिंता होवे, गोदड़ी होवे, डंडा होवे, कमंडल होवे, सारियां चीज़ां होण, पर असल जोग तां उस दिन कमाया जाना है जिस दिन जुगत आ गई। अंजन माहे निरंजन रही है, जोग जुगत पाईया। कालख विच भी कालख तो मुक्त रहण दी जिस दिन सानू जुगती समझ विच आ गई, समझो असीं मुकम्मल जोगी हो गए, परफेक्ट जोगी हो गए। साहब सतगुरु किरपा बख्शिश रहमत करन। ये मुबारक शब्द का जो पावन उपदेश है, साडे सबना दे जीवन का आधार आसरा बने।
ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।